ਬਾਣੀ ਦੀ ਅਸੀਂ ਵਿਚਾਰ ਜੋ ਕਰ ਰਹੇ ਹਾਂ ਉਹਦੇ ਚ 5ਵੀਂ ਅਸ਼ਟਪਦੀ ਦਾ ਸ਼ਲੋਕ ਅਸੀਂ ਵਿਚਾਰ ਕਰਾਂਗੇ। ਦੇਨ ਹਾਰ ਪ੍ਰਭ ਛੋੜ ਕੈ ਲਾਗੈ ਆਨ ਸੁਆਏ, ਨਾਨਕ ਕਹੂੰ ਨ ਸੀਜਈ ਬਿਨ ਨਾਮੈ ਪਤ ਜਾਏ। ਜਦੋਂ ਅਸੀਂ ਪ੍ਰੋਗਰਾਮ ਸੁਖਮਨੀ ਸਾਹਿਬ ਦੀ ਅਸੀਂ ਬਾਣੀ ਦੀ ਵਿਚਾਰ ਸ਼ੁਰੂ ਕੀਤੀ ਸੀ, ਉਦੋਂ ਹੀ ਸਭ ਤੋਂ ਪਹਿਲੇ ਅਸੀਂ ਜਿਹੜਾ ਸਰਲੇਖ ਨੂੰ ਵਿਚਾਰਿਆ ਸੀ, ਤੇ ਸਰਲੇਖ ਦੇ ਵਿਚਾਰਨ ਤੋਂ ਬਾਅਦ ਅਸੀਂ ਸਭ ਤੋਂ ਪਹਿਲੇ ਜਿਹੜਾ ਹੈ ਉਹ ਰਹਾਉ ਦੀ ਵਿਚਾਰ ਕੀਤੀ ਸੀ। ਔਰ ਰਹਾਉ ਪੂਰੀ ਬਾਣੀ ਦਾ ਜਿਹੜਾ ਹੈ ਉਹ ਸੈਂਟਰਲ ਆਈਡੀਆ ਇਸ ਬਾਣੀ ਦਾ ਉਹ ਹੈ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ ਮਨ ਵਿਸਰਾਮ। ਰਹਾਉ। ਔਰ ਅਸੀਂ ਕਾਫੀ ਟਾਈਮ ਲਗਾ ਕੇ ਸਿਰਫ ਰਹਾਉ ਦੀ ਪੰਕਤੀ ਨੂੰ ਹੀ ਜਿਹੜਾ ਹੈ ਕਾਫੀ ਵਿਚਾਰਿਆ ਸੀ, ਕਿਉਂਕਿ ਇਹ ਬੜੀ ਪੰਕਤੀ ਇੰਪੋਰਟੈਂਟ ਔਰ ਸਾਰੀ ਬਾਣੀ ਦੀ ਜਿਹੜੀ ਸੈਂਟਰਲ ਆਈਡੀਆ ਉਹ ਉਸੀ ਪੰਕਤੀ ਦੇ ਜਾ ਕੇ ਕਨੈਕਟ ਹੁੰਦੀ ਹੈ। ਸੋ ਉਹਦੇ ਵਿੱਚ ਅਸੀਂ ਸਮਝਿਆ ਸੀ ਕਿ ਸੁਖ ਜਿਹੜਾ ਹੈ ਉਹ ਪ੍ਰਭੂ ਦੇ ਨਾਮ ਵਿੱਚ ਹੈ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਉਹ ਪ੍ਰਭ ਦਾ ਨਾਮ ਜਿਹੜਾ ਹੈ ਉਹ ਸੁਖ ਦਾ ਜਿਹੜਾ ਹੈ ਉਹ ਸਾਰਾ ਸਾਧਨ, ਸਾਰਾ ਜਿਹੜਾ ਸਰਮਾਇਆ ਸੁਖ ਦਾ ਜਿਹੜਾ ਹੈ ਉਹ ਪ੍ਰਭ ਦੇ ਨਾਮ। ਔਰ ਨਾਮ ਨੂੰ ਵੀ ਅਸੀਂ ਸਮਝਿਆ ਸੀ ਕਿ ਨਾਮ ਹੈ ਉਹ ਰੱਬੀ ਗੁਣ। ਸੋ ਹੁਣ ਅੱਜ ਦਾ ਜਿਹੜਾ ਸ਼ਲੋਕ ਹੈ ਨਾ, ਅਸੀਂ ਪੂਰੀ ਬਾਣੀ ਜਿਸ ਤਰ੍ਹਾਂ ਗੱਲ ਕਰਦੇ ਆ ਕਿ ਸੁਖਮਨੀ ਸਾਹਿਬ ਦੀ ਸਾਰੀ ਬਾਣੀ ਉਸ ਰਹਾਉ ਦੀ ਪੰਕਤੀ ਦੇ ਨਾਲ ਹੀ ਜਿਹੜਾ ਹੈ ਉਹ ਕਨੈਕਟ ਹੁੰਦੀ ਹੈ। ਸ਼ੁਰੂਆਤੀ ਅਖਰੀ ਅਰਥ ਦੇਖਾਂਗੇ ਕਿ ਦੇਨ ਹਾਰ ਪ੍ਰਭ ਛੋੜ ਕੇ ਲਾਗੈ ਆਨ ਸੁਆਏ, ਨਾਨਕ ਕਹੂੰ ਨ ਸੀਜੇ ਬਿਨ ਨਾਮੇ ਪਤ ਜਾਏ। ਇਹ ਅਖਰੀ ਅਰਥ ਜਿਹੜੇ ਨਾ ਇਹ ਬੜੇ ਹੀ ਸੌਖੇ ਲੱਗਦੇ ਨੇ, ਕੋਈ ਇਹਦੇ ਚ ਔਖਾਈ ਨਹੀਂ ਲੱਗਦੀ ਕਿ ਜਿਹੜਾ ਪ੍ਰਭੂ ਦੇਣ ਵਾਲਾ ਹੈ, ਜਿਹਦੇ ਅਰਥ ਜਿਹੜੇ ਸਾਨੂੰ ਲਿਖੇ ਮਿਲਦੇ ਵੀ ਨੇ ਕਿ ਪ੍ਰਭੂ ਜਿਹੜਾ ਸਾਰੀ ਚੀਜ਼ਾਂ, ਸਾਰੀਆਂ ਸੁੱਖ, ਸਾਰੇ ਆਰਾਮ, ਸਾਰੇ ਸਾਡਾ ਜਿੰਨਾ ਵੀ ਜਿਹਨੂੰ ਅਸੀਂ ਸੁੱਖ ਦੇ ਸਾਧਨ ਮੰਨਦੇ ਹਾਂ, ਰੁਪਇਆ, ਗਹਿਣਾ, ਪੈਸਾ, ਮਕਾਨ, ਦੌਲਤ ਜੋ ਵੀ ਹੈ, ਉਹ ਸਾਰਾ ਦੇਣ ਹਾਰ, ਦੇਣ ਵਾਲਾ ਉਹ ਪ੍ਰਭੂ ਹੈ। ਔਰ ਉਹਨੂੰ ਛੱਡ ਕੇ ਜਿਹੜਾ ਹੈ ਉਹ ਕਿਸੇ ਹੋਰ ਪਾਸੇ ਅਸੀਂ ਲੱਗੇ ਹੋਏ ਹਾਂ। ਬੜੇ ਸੌਖੇ ਅਰਥ ਜਿਹੜੇ ਲਫ਼ਜ਼ੀ ਅਰਥ ਬਣਦੇ ਨੇ, ਪਰ ਜੇਕਰ ਇਹਨੂੰ ਅਸੀਂ ਰਹਾਉ ਦੇ ਨਾਲ ਅਸੀਂ ਕਨੈਕਟ ਕਰਕੇ ਰਹਾਉ ਨੂੰ ਸਮਝ ਕੇ ਫਿਰ ਇਹਨੂੰ ਪੜਾਂਗੇ ਔਰ ਗੁਰਮਤਿ ਦੇ ਗੁਰਬਾਣੀ ਦੇ ਸਿਧਾਂਤ ਨੂੰ ਸਮਝ ਕੇ ਇਹਦੇ ਅਰਥ ਕਰਾਂਗੇ, ਫਿਰ ਸਾਨੂੰ ਥੋੜਾ ਜਿਹਾ ਜਿਹੜਾ ਹੈ ਉਹ ਹੋਰ ਪਾਸੇ ਵੀ ਸੋਚਣਾ ਪਏਗਾ। ਸੋ ਇਸ ਗੁਰਬਾਣੀ ਦੇ ਅਰਥ ਨੂੰ ਸਮਝਣ ਵੇਲੇ ਜਦੋਂ ਅਸੀਂ ਕਰਦੇ ਨਾ ਕਿ ਇੱਕ ਮੈਨੂੰ ਪਿੱਛੇ ਜਿਹਾ ਫੋਨ ਆਇਆ ਸੀ, ਉਹਦੇ ਵਿੱਚ ਉਹਨਾਂ ਨੇ ਮੇਰੇ ਕੋਲ ਪੁੱਛਿਆ ਕਿ ਗਰਭ ਗਲੇ ਦਾ ਕੀ ਮਤਲਬ ਹੈ। ਮੈਂ ਕਿਹਾ ਮਤਲਬ ਇੱਕਦਮ ਤੁਸੀਂ ਇਸ ਤਰ੍ਹਾਂ ਪੁੱਛ ਰਹੇ ਹੋ ਕਿ ਇਹਦਾ ਕੀ ਕਿਉਂ ਪੁੱਛ ਰਹੇ ਹੋ? ਕਹਿੰਦੇ ਮੈਂ ਉਹਦੇ ਅਰਥ ਜਦ ਮੈਂ ਦੇਖ ਰਿਹਾ ਸੀ, ਸੁੱਖੀ ਬਸੇ ਮਸਕੀਨੀਆਂ ਆਪ ਨਿਵਾਰ ਤਲੇ, ਵੱਡੇ ਵੱਡੇ ਅੰਕਾਰੀਆ ਨਾਨਕ ਗਰਭ ਗਲੇ। ਬਾਕੀ ਦੇ ਸਭ ਠੀਕ ਹੈ, ਗਰਭ ਗਲੇ ਦਾ ਕੁਛ ਮੈਨੂੰ ਸਮਝ ਨਹੀਂ ਆ ਰਹੀ, ਕਲੀਅਰ ਨਹੀਂ ਹੋ ਰਹੀ। ਮੈਂ ਉਹਨਾਂ ਨੂੰ ਇਹ ਗੱਲ ਕਹੀ ਸੀ, ਮੈਂ ਕਿਹਾ ਜਿਹੜੇ ਤੁਸੀਂ ਗਰਭ ਗਲੇ ਦੀ ਕਹਿ ਰਹੇ ਹੋ ਕਿ ਕਲੀਅਰ ਨਹੀਂ ਹੋ ਰਿਹਾ, ਸੁਖੀ ਬਸੇ ਨੂੰ ਅਸੀਂ ਕਿਸ ਤਰ੍ਹਾਂ ਸਮਝ ਲਿਆ ਵੀ ਸੁਖ ਸਾਊਂਡ ਕਿਹੜੀ ਹੈਗੀ ਹੈ? ਸੋ ਮੈਂ ਉਹਨਾਂ ਨੇ ਪੁੱਛਿਆ ਕਿ ਸੁਖੀ ਬਸੇ ਜਿਹੜਾ ਹੈ ਉਹ ਕਿਸ ਤਰ੍ਹਾਂ ਅਸੀਂ ਸਮਝਦੇ ਹਾਂ ਸੁਖੀ ਬਸੇ ਨੂੰ। ਸੋ ਸੁਖੀ ਬਸੇ ਦੇ ਅਰਥ ਉਹਨਾਂ ਨੇ ਜਿਹੜੇ ਦੁਨਿਆਵੀ ਸੁੱਖਾਂ ਦੇ ਜਿਹੜੇ ਸਾਧਨ ਨੇ ਉਹਨਾਂ ਨੇ ਸਮਝੇ ਹੋਏ ਸੀ ਕਿ ਬਈ ਮੇਰੇ ਕੋਲ ਇਹ ਸਮਾਨ ਹੈਗਾ ਤੇ ਸਾਡੇ ਕੋਲ ਸੁੱਖ ਦੇ ਸਾਧਨ ਹੈ। ਸੋ ਕਹਿਣ ਦਾ ਮਤਲਬ ਹੈ ਕਿ ਜਿਤਨੇ ਵੀ ਅਸੀਂ ਉਹ ਅਰਥ ਜਿਹੜੇ ਸਮਝੇ ਹੋਏ ਨਾ, ਸੁੱਖ ਕੀ ਏ, ਦੁੱਖ ਕੀ ਏ, ਜਾਂ ਹੋਰ ਰੱਬ ਦੀ ਪਰਿਭਾਸ਼ਾ ਕੀ ਏ, ਜਾਂ ਹੋਰ ਮੱਥੇ ਲਿਖੇ ਭਾਗ ਕੀ ਏ, ਇਹ ਸਾਰੀਆਂ ਕੁਛ ਨਾ ਪਰਿਭਾਸ਼ਾ, ਕੁਛ ਨਾ ਕੁਛ ਗੱਲਾਂ ਜਿਹੜੀਆਂ ਨਾ ਉਹ ਹੈਗੀਆਂ ਜਿਹੜੀਆਂ ਸਾਨੂੰ ਆਲਰੇਡੀ ਪਤਾ ਹੈ, ਜੋ ਅਸੀਂ ਕਿਤੋਂ ਨਾ ਕਿਤੋਂ ਸਿੱਖ ਕੇ ਆਏ ਹੋਏ ਹਾਂ, ਜੋ ਸਾਡੇ ਦਿਮਾਗ 'ਚ ਆਲਰੇਡੀ ਉਹ ਫੀਡ ਹੈਗੀ। ਉਹ ਜਿਹੜੀ ਸਾਡੇ ਦਿਮਾਗ 'ਚ ਆਲਰੇਡੀ ਫੀਡ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਨਾ, ਜੋ ਅਰਥ ਜਿਹੜੇ ਅਸੀਂ ਵੱਡੇ ਵਡੇਰਿਆਂ ਤੋਂ ਜਾਂ ਕਿਸੇ ਹੋਰ ਸਟੇਜਾਂ ਤੋਂ ਜਾਂ ਕਿਸੇ ਹੋਰ ਤਰੀਕੇ ਦੇ ਨਾਲ ਜਿੱਥੋਂ ਵੀ ਸੁਣੇ ਨੇ, ਸਮਝੇ ਨੇ, ਉਹ ਆਲਰੇਡੀ ਸਾਡੇ ਦਿਮਾਗ ਦੇ ਵਿੱਚ ਭਰੇ ਹੋਏ ਨੇ।
ਫੀਡ ਹੈਗੇ ਨੇ। ਔਰ ਉਹਦੇ ਨਾਲ ਦੀ ਮਿਲਦੀ ਜੁਲਦੀ ਜਦੋਂ ਪੰਕਤੀ ਗੁਰਬਾਣੀ ਦੀ ਆਉਂਦੀ ਹੈ ਤੇ ਸਾਨੂੰ ਇੱਕ ਇਮੀਡੀਏਟ ਉਹੀ ਵਾਲੇ ਅਰਥ ਸਾਹਮਣੇ ਆ ਜਾਂਦੇ ਨੇ ਤੇ ਅਸੀਂ ਉਹਦੇ ਅਰਥ ਸਮਝ ਕੇ ਉਹਨੂੰ ਸਮਝ ਲੈਂਦੇ। ਪਰ ਗੁਰਬਾਣੀ ਦੇ ਅਰਥ ਜਿਹੜੇ ਨੇ ਉਹ ਗੁਰਬਾਣੀ ਦੇ ਵਿੱਚੋਂ ਜਦੋਂ ਸਮਝਾਂਗੇ ਨਾ ਤਾਂ ਸਾਨੂੰ ਪਤਾ ਲੱਗੇਗਾ ਕਿ ਐਕਚੁਅਲ ਜਿਹੜਾ ਹੈ ਗੁਰਬਾਣੀ ਦਾ ਸਿਧਾਂਤ ਕੀ ਹੈ। ਜਿਸ ਤਰ੍ਹਾਂ ਕੋਈ ਵਾਇਰਸ ਆ ਜਾਂਦਾ ਨਾ ਫੋਨ ਦੇ ਵਿੱਚ ਤੇ ਲੈ ਕੇ ਜਾਓ ਨਾ ਰਿਪੇਅਰਿੰਗ ਤੇ, ਉਹ ਕਹਿੰਦਾ ਜੀ ਫਾਰਮੈਟ ਕਰਨਾ ਪਏਗਾ ਦੁਬਾਰਾ, ਜੋ ਆਲਰੇਡੀ ਜਿੰਨਾ ਕੁਝ ਪਿਆ ਹੋਇਆ ਨਾ ਇਹਦੇ ਵਿੱਚ ਸਾਰਾ ਡਿਲੀਟ ਹੋਏਗਾ ਪਹਿਲੇ, ਫਿਰ ਹੋਰ ਤੁਸੀਂ ਫਿਰ ਇਹਨੂੰ ਠੀਕ ਚਲਾ ਸਕੋਗੇ। ਠੀਕ ਇਸੇ ਤਰ੍ਹਾਂ ਸਾਡੇ ਦਿਮਾਗ ਦੇ ਵਿੱਚ ਜੋ ਆਲਰੇਡੀ ਅਸੀਂ ਸੁਣਿਆ ਸਮਝਿਆ ਹੋਇਆ ਨਾ ਪੜਿਆ ਹੋਇਆ ਜੋ ਸਿੱਖਿਆ ਹੋਇਆ ਉਹ ਡਿਲੀਟ ਕਰਨਾ ਪਏਗਾ ਪਹਿਲੇ, ਜੇ ਗੁਰਬਾਣੀ ਨੂੰ ਸਹੀ ਢੰਗ ਨਾਲ ਸਮਝਣਾ, ਜੇ ਸੁਖਮਨੀ ਸਾਹਿਬ ਨੂੰ ਵੀ ਸਹੀ ਢੰਗ ਨਾਲ ਸਮਝਣਾ। ਜਿਹੜਾ ਕਹਿੰਦੇ ਨਾ ਕਿ ਉਹ ਬੱਚਾ ਮਿਊਜ਼ਿਕ ਸਿੱਖਣ ਲੱਗੇ 2-3 ਬੱਚੇ ਤੇ ਇੱਕ ਕਹਿੰਦਾ ਜੀ ਮੈਨੂੰ ਕੁਝ ਨਹੀਂ ਆਂਦਾ ਮਿਊਜ਼ਿਕ ਸਿੱਖਣਾ, ਤੇ ਉਹ ਕਹਿੰਦਾ ਕਿੰਨੇ ਪੈਸੇ ਫੀਸ ਹੋਏਗੀ ਤੁਹਾਡੀ, ਕਹਿੰਦਾ 1000 ਰੁਪਇਆ। ਤੇ ਦੂਜਾ ਬੱਚਾ ਕਹਿੰਦਾ ਜੀ ਮੈਨੂੰ ਥੋੜਾ ਥੋੜਾ ਆਂਦਾ ਹੈ, ਮੇਰੀ ਕਿੰਨੀ ਹੋਏਗੀ, ਤੇ ਕਹਿੰਦਾ ਤੇਰੀ 2000 ਰੁਪਇਆ ਹੋਏਗੀ ਫੀਸ। ਉਹ ਕਹਿੰਦਾ ਮੈਨੂੰ ਤੇ ਆਂਦਾ ਆਲਰੇਡੀ, ਕਹਿੰਦਾ ਉਹ ਪਹਿਲਾਂ ਮਟਾਣ ਦੇ ਵੀ 1000 ਰੁਪਇਆ ਲੱਗੇਗਾ, ਜਿਹੜਾ ਤੈਨੂੰ ਆਂਦਾ ਹੈ ਨਾ ਤੇਰੇ ਵਾਸਤੇ ਜ਼ਿਆਦਾ ਮੁਸ਼ਕਲ ਆਏਗੀ। ਸੋ ਜਿਨ੍ਹਾਂ ਦੇ ਦਿਮਾਗ ਦੇ ਵਿੱਚ ਆਲਰੇਡੀ ਕੋਈ ਗੁਰਬਾਣੀ ਦੀਆਂ ਕਨਸੈਪਟ, ਗੁਰਮਤ ਦੇ ਜਿਹੜੇ ਸਿਧਾਂਤ ਜਿਹੜੇ ਪਿੱਛੋਂ ਅਸੀਂ ਸੁਣਦੇ ਆ ਰਹੇ ਹਾਂ ਨਾ ਗਲਤ ਮਲਤ, ਉਹ ਜਿਹੜੇ ਭਰੇ ਪਏ ਨੇ ਨਾ ਉਹਨੂੰ ਡਿਲੀਟ ਕਰਨਾ ਬੜਾ ਜ਼ਰੂਰੀ ਹੈ। ਉਸ ਡਿਲੀਟ ਕੀਤੇ ਬਿਨਾਂ ਗੁਰਬਾਣੀ ਦੇ ਸਹੀ ਅਰਥਾਂ ਦਾ ਸਮਝ ਨਹੀਂ ਆ ਸਕਦਾ। ਸੋ ਅੱਜ ਦਾ ਸ਼ਲੋਕ ਜਦੋਂ ਅਸੀਂ ਸਮਝਣਾਂਗੇ, ਦੇਣਹਾਰ ਪ੍ਰਭ ਛੋੜ ਕੇ, ਦੇਣਹਾਰ ਪ੍ਰਭ ਛੋੜ ਗਿਆ। ਪ੍ਰਭ ਕਿਹੜਾ ਹੈ? ਪ੍ਰਭ ਉਹੀ ਹੈ ਜਿਹਦੀ ਗੱਲ ਅਸੀਂ ਸਭ ਤੋਂ ਪਹਿਲੇ ਸਮਝੀਏ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ। ਹੁਣ ਪ੍ਰਭ ਦਾ ਨਾਮ ਜਿਹੜਾ ਹੈ ਨਾ, ਪ੍ਰਭ ਉਹੀ ਦੇਣਹਾਰ ਹੈ। ਨਾਮ ਉਹ ਜਿਹੜਾ ਦੇਣਾ ਨਾ ਉਹਨੇ, ਉਹ ਨਾਮ ਹੀ ਦੇਣਾ ਹੈ। ਅਸੀਂ ਦੇਣਹਾਰ ਅਸੀਂ ਦੁਨਿਆਵੀ ਚੀਜ਼ਾਂ ਸਮਝ ਲਈ, ਦੁਨਿਆਵੀ ਚੀਜ਼ਾਂ ਵੀ ਹੋ ਸਕਦੀ, ਲੇਕਿਨ ਐਕਚੁਅਲ ਜੋ ਦੇਣਹਾਰ ਦੀ ਜਿਹੜੀ ਗੱਲ ਚੱਲਦੀ ਹੈ ਨਾ, ਉਹ ਹੈ ਉਸ ਪ੍ਰਭ ਦਾ ਨਾਮ, ਭਾਵ ਉਹ ਗੁਣ ਲੈਣ ਤੋਂ ਦੇਣਹਾਰ ਪ੍ਰਭ ਛੋੜ ਕੇ, ਉਹ ਪ੍ਰਭ ਉਹ ਭਾਵ ਉਹ ਨਾਮ ਜਿੱਥੋਂ ਮਿਲਣਾ ਸੀ ਉਹਨੂੰ ਛੋੜ ਕੇ ਲਾਗੇ ਆਣ ਸੋਏ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਆਲਰੇਡੀ ਸਾਡੇ ਦਿਮਾਗ ਦੇ ਅਸੀਂ ਫਿੱਟ ਕੀਤੀਆਂ ਹੋਈਆਂ। ਜਿਸ ਤਰ੍ਹਾਂ ਇੱਕ ਹੋਰ ਚੀਜ਼ ਕਨਸੈਪਟ ਸਾਡੇ ਦਿਮਾਗ 'ਚ ਹੈਗਾ, ਤੇ ਸਾਡੇ ਵੱਡੇ ਵਡੇਰਿਆਂ ਨੇ ਸਾਨੂੰ ਸਿਖਾਇਆ ਕਿ ਦੁਨੀਆ ਬਾਕੀ ਧਰਮਾਂ ਦੇ ਜਾਂ ਬਾਕੀ ਮਤਾਂ ਦੇ ਜਾਂ ਬਾਕੀ ਥਾਟ ਦੇ ਲੋਕ ਕੋਈ ਮੂਰਤੀ ਤੋਂ ਜਾ ਕੇ ਮੰਗਦਾ, ਕੋਈ ਪਿੱਪਲ ਤੋਂ ਮੰਗ ਰਿਹਾ, ਕੋਈ ਤੁਲਸੀ ਤੋਂ ਮੰਗ ਰਿਹਾ, ਕੋਈ ਸੂਰਜ ਤੋਂ ਮੰਗ ਰਿਹਾ, ਕੋਈ ਹੋਰ ਕਿਤੋਂ ਦੁਨੀਆ ਮੰਗ ਰਹੀ ਹੈ। ਪਰ ਅਸੀਂ ਉੱਥੋਂ ਨਹੀਂ ਮੰਗਣਾ। ਤੁਸੀਂ ਮੰਗਣਾ ਹੈ ਤੇ ਤੁਸੀਂ ਗੁਰੂ ਗ੍ਰੰਥ ਸਾਹਿਬ ਤੋਂ ਮੰਗਣਾ, ਤੁਸੀਂ ਆਪਣੇ ਗੁਰੂ ਤੋਂ ਮੰਗਣਾ ਜੋ ਮੰਗਣਾ। ਇਹ ਸਿਧਾਂਤ ਸਮਝਿਆ ਹੋਇਆ ਕਿ ਨਹੀਂ? ਬੜਿਆਂ ਨੇ ਸਾਨੂੰ ਸਿਖਾਇਆ, ਬੜੀ ਵਾਰੀ ਸਿਖਾਇਆ। ਅਸੀਂ ਉੱਥੇ ਨਹੀਂ ਮੰਗਣਾ, ਅਸੀਂ ਇੱਥੋਂ ਮੰਗਣਾ। ਪਰ ਮੰਗਣਾ ਉਹੀ ਹੈ। ਸਾਨੂੰ ਇਹ ਨਹੀਂ ਦੱਸਿਆ ਕਿ ਮੰਗਣਾ ਕੀ ਹੈ, ਬਸ ਸਾਨੂੰ ਇਹ ਦੱਸ ਦਿੱਤਾ ਕਿ ਇੱਥੋਂ ਮੰਗਣਾ, ਤੁਸੀਂ ਉੱਥੇ ਨਹੀਂ ਜਾਣਾ। ਪਰ ਸਾਡੀ ਡਿਮਾਂਡ ਜਿਹੜੀ ਨੇ, ਸਾਡੀ ਮੰਗ ਉਹੀ ਰਹੀ ਜੋ ਉਹ ਇੱਕ ਬੰਦਾ ਜਾ ਕੇ ਮੂਰਤੀ ਦੇ ਅੱਗੇ ਮੰਗ ਰਿਹਾ ਸੀ, ਜੋ ਪਿੱਪਲ ਦੇ ਕੋਲੋਂ ਮੰਗਿਆ ਜਾ ਰਿਹਾ ਸੀ, ਜਾਂ ਕਿਸੇ ਹੋਰ ਥਾਂ ਕਿਸੇ ਜਗ੍ਹਾ ਤੇ ਜਾ ਕੇ ਮੰਗ ਰਿਹਾ ਸੀ ਨਾ, ਅਸੀਂ ਉਹੀ ਚੀਜ਼ਾਂ ਉੱਥੇ ਜਾ ਕੇ ਇੱਥੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਆ ਕੇ ਮੰਗਣੇ ਸ਼ੁਰੂ ਕਰ। ਉਹ ਕਿਸੇ ਗੰਗਾ ਦੇ ਕਿਨਾਰੇ ਕਿਸੇ ਹੋਰ ਤੀਰਥ ਸਥਾਨ ਤੇ ਮੰਗਣੇ ਸ਼ੁਰੂ ਕਰ ਜਾਂਦੇ ਸੀ, ਉੱਥੇ ਮੰਗਣ। ਅਸੀਂ ਆਪਣੇ ਤੀਰਥ ਸਥਾਨ ਬਣਾ ਕੇ ਉੱਥੇ ਜਾ ਕੇ ਮੰਗਣਾ ਸ਼ੁਰੂ ਕਰਤਾ। ਚੀਜ਼ ਉਹੀ ਰਹੀ, ਡਿਮਾਂਡ ਉਹੀ ਰਹੀ, ਤਰੀਕਾ ਉਹੀ ਰਿਹਾ ਸਾਡਾ। ਸੋ ਇਹ ਚੀਜ਼ਾਂ ਜਿਹੜੀਆਂ ਨੇ ਇਹ ਸਾਨੂੰ ਸਮਝਣੀਆਂ ਪੈਣਗੀਆਂ, ਕਿਉਂਕਿ ਆਮ ਤੌਰ ਤੇ ਅਸੀਂ ਦੇਖਦੇ ਹਾਂ ਨਾ, ਜਦੋਂ ਗੱਲ ਧਿਆਨ ਨਾਲ ਅਸੀਂ ਆਪਣੇ ਦਿਮਾਗ 'ਚ ਸੋਚ ਕੇ ਰੱਖੀਏ, ਥੋੜਾ ਜਿਹਾ ਇਮੀਡੀਏਟ ਅਸੀਂ ਸਾਡੇ ਧਿਆਨ 'ਚ ਆਏਗਾ ਕਿ ਅੱਜ ਦੇਣਹਾਰ ਪ੍ਰਭ ਛੋੜ ਕੇ ਨਾ, ਅਸੀਂ ਜੇ ਦੇਣਹਾਰ ਅਸੀਂ ਦੁਨਿਆਵੀ ਚੀਜ਼ਾਂ ਨੂੰ ਸਮਝੀਏ ਨਾ, ਤੇ ਸਾਡੇ ਕੋਲ ਆਮ ਤੌਰ ਤੇ ਦੇਖਣਾ ਜਿਹੜੀ ਲੋੜਵੰਦ ਜਿਹੜੀਆਂ ਬੇਸਿਕ ਚੀਜ਼ਾਂ ਹੈਗੀਆਂ ਨਾ, ਉਹ ਹੁੰਦੀਆਂ ਕਈਆਂ ਕੋਲ, ਬਹੁਤਿਆਂ ਕੋਲ ਹੁੰਦੀਆਂ, ਕਈਆਂ ਕੋਲ ਕੀ ਮਕਾਨ ਹੈ, ਬੈਂਕ ਬੈਲੈਂਸ ਹੈ, ਖਾਣ ਨੂੰ ਰੋਟੀ ਹੈ, ਹੋਰ ਗੱਡੀ, ਸਭ ਕੁਝ ਜੋ ਬੇਸਿਕ ਚੀਜ਼ਾਂ ਨੀਡ ਜਿਹੜੀ ਹੁੰਦੀ ਹੈ ਉਹ ਸਭ ਕੁਝ ਹੈ। ਉਹ ਸਾਰੀ ਬੇਸਿਕ ਨੀਡ ਕੰਪਲੀਟ ਹੋਣ ਦੇ ਬਾਵਜੂਦ ਵੀ
ਲੋਕ ਤੁਹਾਨੂੰ ਕਹਿੰਦੇ ਸੁਣਨ ਮਿਲਣਗੇ ਜਾਂ ਆਪਣੇ ਆਪ 'ਚ ਵੀ ਅਸੀਂ ਮਹਿਸੂਸ ਕਰਦੇ ਹਾਂ, ਅਸੀਂ ਕਹਿੰਦੇ ਆ ਯਾਰ ਕੋਈ ਕਮੀ ਹੈ, ਕੁਝ ਮਿਸਿੰਗ ਹੈ ਦੁਨੀਆ 'ਚ, ਕੁਝ ਜ਼ਿੰਦਗੀ 'ਚ ਨਾ ਕੁਝ ਮਿਸਿੰਗ ਲੱਗ ਰਿਹਾ, ਕੋਈ ਕਮੀ ਲੱਗ ਰਹੀ ਹੈ। किस चीज की कमी है? फलानी कोई चीज चाहिए, कहते नहीं सब कुछ हैगा, पर पता नहीं क्यों जिंदगी दे ना कुछ मतलब सैटिस्फैक्शन नहीं हैगी, कमी कमी लग रही है, कुछ मिसिंग लग रहा है। एक्चुअल दे जो मिसिंग है ना जड़ा वो कमी है जड़ी, और रियल सेंस देखिए उस कमी होती है साडी खेड़े दी, साडी जड़ी खिलावट है ना, जड़ी खुशहाली है, जड़ी ना जड़ी अंदरों अंदरूनी जड़ी प्रफुल्लता, कमी उसी होंदी है। वो कई बारी असी दस भी नहीं पाते, एक्सप्लेन भी नहीं कर पाते, समझ भी नहीं पाते। ये आम जड़ी है लोगों के विच जड़ी है प्रॉब्लम सानू नजर आएगी। हुण इस रहाओ की पंक्ति नूं समझ के जदों अज दा असीं समझांगे ना, सुख मनी सुख अमृत प्रभ नाम, ते इहदे विच लिखिआ देनहार प्रभ छोड़ के, देनहार है वो नाम दा सुख, वो छड़ के लागे आन सुआए, होर सुआए, होर सुआए दा अर्थ स्वार्थ भी होता है, सुआए दा अर्थ स्वाद भी है, इत्थे दोनों ही टुकदे। दूजे स्वार्थां दे विच या दूजे स्वादां दे विच उस प्रभु दे गुणां नूं छड्ड के, जिहड़ा उस प्रभु जिथों वो सारे गुण, वो सारी क्वालिटी, वो सारे सुख मिलने से। गुरबाणी दे कॉन्सैप्ट नूं असीं समझदे हां ना, जदों कई बार असीं गल कीती भी है कि गुरमत दा, गुरबाणी दा यूनिकनेस की है, की ऐसी विलक्षणता की हैगी, ते विलक्षणता दे विच असीं बड़ियां सारियां गल्लां डिस्कस कर चुके हैं, बड़ी सारियां होर भी होणगियां, कईयां दे होर भी ध्यान च आंदियां चीज़ां। पर जिहड़ा गुरबाणी तो पहले दा जिहड़ा सिद्धांत सी ना, वो इक्को ही दो चीज़ जिहड़ी चीज़ दे उत्ते टिकिआ सी कि दो काम करना जिंदगी दे विच, या ते गृहस्थी त्याग दिओ, सन्यासी जोगी बन जाओ, ते या गृहस्थी भोग लो। बस दो ही रस्ते सी इस रब दे वास्ते रस्ते चलण वास्ते, या इस प्रभु प्राप्ति वास्ते, या जिन्हों असीं सच दा मार्ग, मोक्ष, पता नहीं किन्ने किन्ने नाम, धर्म दा मार्ग, जो भी कुछ कह लो, दो ही तरीके दसे जाते सी, या तो गृहस्थी नूं त्याग के प्राप्ति कर लो, या फिर नहीं कर सकते फिर पूरी तरह गृहस्थी भोग लो, फिर तुहाडा उहदा कोई लैणा देना नहीं, फिर तुसीं उन्हां दे पैरी पै जाओ जिहड़े कि काम कर रहे हैं, जिहड़े कि गृहस्थी त्याग चुके हैं। दो ही रस्ते से। गुरु नानक साहब की जिहड़ी गुरमत की फिलासफी है ना, वो यूनीकनेस यही हैगी है कि गुरु साहब ने एक बड़ा जिहड़ा यूनीक कॉन्सैप्ट जिहड़ा है ना वो दिता, नवेकला, उसी अवगुण त्यागो गुण भोगो, गृहस्थी त्यागो गृहस्थी भोगो नहीं, बस तू अवगुणां नूं त्याग ते गुण भोग, बस ए सारा कॉन्सैप्ट दे उत्ते गुरमत दे सिद्धांत सारे गुरबाणी टिकी हुई। सो लागे आन सुआए जिहड़ा ना, वो ये आन जिहड़ा लफज है ना, आन, आन दा मतलब है होर होर होर, उन्होंने छड्ड के बाकी। ये आन दी लिस्ट बड़ी लंबी हो सकती है, किथे तक भी जा सकते हैं। सब दे आन जिहड़े ने अपने अपने में ने, कई कॉमन ने और कई अपने अपने आन सब ने बनाए। आन दी लिस्ट जिहड़ी है ना बड़ी दूर तक जा सकते हैं। आन सुआए एक जगह गुरु साहब कहते ने, कहन कहावन एक कीरत करला, कथन कहन ते मुक्ता गुरमुख विरला कोई विरला। कहते कहन कहावन एक कीरत करला, एक कहंदा कहांदा ते बहुत कुछ है, धर्म दे बारे, ज्ञान दे बारे, गुरमत दे बारे, बड़ियां चीज़ां, बड़ा कुछ जानता भी है, बड़ा कुछ कहता भी है, बड़ा कुछ सुनता भी है, बड़ा कुछ समझता भी है। पर कथन कहन ते मुक्ता गुरमुख कोई विरला, उस कहन कथन तो अगे जिहड़ा प्रैक्टिकल लाइफ है ना, जिहड़ी वो कर लैंदा ना, वो एक्चुअल च गुरमुख विरला, विरला गुरमुख वही।
सो ये जिहड़ा आन सुआए है ना, आन सुआए की लिस्ट बड़ी लंबी है, लेकिन उस आन सुआए तो निकलना जिहड़ा ना वो गुरमुख बिरला जिहड़ा उहदे तो निकल गया, जिन्हें उन्होंने आन सुआए नूं रिकगनाइज कर लिया कि मेरे आन सुआए की हैगे ने। सब दे अपने अपने होणगे, उन्होंने असीं अपने अपने लाइफ दे अपनी आप सैल्फ एनालिसिस करिए कि मेरे उस एक दे गुणा तो लैण तो अलावा मेरे आन सुआए की हैगे ने। कितने ही एग्जाम्पल बन सकते हैं आन सुआए दे। मैं पिछे जे सुन रहा सी एक जगह ते कहंदे ने कोई फ्रेंड सर्कल सी, कुछ यारा दोस्तां दा फैमिली गैदरिंग होंदी सी ते एक दिन फैमिली गैदरिंग च एक हसबैंड वाइफ आए ते ओ जिहड़ा बंदा सी हसबैंड सी ओहदा बड़ा चेहरा उदास ते लटकिया होया ते बड़ा गुमसुम जिहा बैठा होया ते ओहदे नजदीकी फ्रेंड सी ओहदा, उन्हें पूछा भी की गल हो गई, बड़ा अज उदास जिहा लग रहा, ढिला जिहा लग रहा, या की हो गया तैनूं? कहंदा कोई गल नहीं, कोई खास नहीं। एक दो बारी पुछन ते उन्हें कहा, कहंदा यार नुकसान हो गया बड़ा ज्यादा। कहंदा की हो गया? कहंदा 5 लाख का मेरा आज नुकसान हो गया। कहंदा 5 लाख का नुकसान हो गया, बहुत ज्यादा, ते मतलब बड़ी वड्डी रकम हैगी, बड़ा वड्डा नुकसान है। ते ਉਹਦੀ ਵਾਈਫ ਵੀ बैठी सी उत्ते, कहती नहीं भरा जी 5 लाख का नुकसान नहीं होया, 5 लाख का फायदा होया। ਉਹ ਕਹਿੰਦਾ ਉਹ कह रहे नुकसान होया, तुसी कह रहे हो फायदा होया, एक्चुअल गल की हुई है? कहती गल कोई नहीं, डील कीती सी कि ਉਹ ਡੀਲ ਦੇ ਵਿੱਚ ਸਾਨੂੰ ਲੱਗਦਾ ਪਿਆ ਸੀ ਕਿ ਇਹ ਡੀਲ ਜਿਹੜੀ ਫਾਈਨਲ ਜਦੋਂ ਸਾਡੀ ਅੱਗੇ ਕੋਈ ਚੀਜ਼ ਲਈ ਹੋਈ ਸੀ, ਅੱਗੇ ਜਦੋਂ ਡੀਲ ਫਾਈਨਲ ਹੋਏਗੀ ਤੇ ਡੀਲ ਕਰਨ ਤੋਂ ਬਾਅਦ ਸਾਨੂੰ 10 ਲੱਖ ਦਾ ਫਾਇਦਾ ਹੋਏਗਾ, ਇਹ ਐਸਟੀਮੇਟ ਲਗਾ ਕੇ ਬੈਠੇ ਹੋਏ ਸੀ ਅਸੀਂ। ਤੇ 10 ਲੱਖ ਦੀ ਜਗ੍ਹਾ ਪ੍ਰੋਫਿਟ ਜਿਹੜਾ ਹੋਇਆ 5 ਲੱਖ ਦਾ ਹੋਇਆ ਸਾਨੂੰ। ਤੇ ਇਹਨਾਂ ਦੇ ਹਿਸਾਬ ਨਾਲ 5 ਲੱਖ ਦਾ ਨੁਕਸਾਨ ਹੋ ਗਿਆ, ਮੇਰੇ ਹਿਸਾਬ ਨਾਲ 5 ਲੱਖ ਦਾ ਫਾਇਦਾ ਹੋ ਗਿਆ। ਹੁਣ ਡਿਸਾਈਡ ਤੁਸੀਂ ਕਰੋ ਫਾਇਦਾ ਹੋਇਆ ਕਿ ਨੁਕਸਾਨ ਹੋਇਆ। ਸੋ ਇੱਕੋ ਹੀ ਜਿੰਨਾ ਅਮਾਉਂਟ ਹੈ, ਲੇਕਿਨ ਦੋਨਾਂ ਦੀ ਸੋਚਣੀ ਦਾ ਫਰਕ ਦੇਖ ਸਕਦੇ ਹਾਂ ਅਸੀਂ। ਸੋ ਇਹ ਆਨ ਸੁਆਏ ਕਿਤਨੇ ਹੀ ਹੋ ਸਕਦੇ ਨੇ, ਕਿੰਨੇ ਹੀ, ਅਨਲਿਮਿਟਿਡ ਹੈ। रोज तो लैके शाम तक असीं देख लीए, अपनी सोचनी देख लीए, अपने कर्म देख लीए, अपने रोजमर्रा की जिंदगी देख लीए कि उस रब्बी गुणा नूं लैण तो बजाए उस रब्बी गुणा नूं इंजॉय करन तो अलावा उहदी वो खुशी वो सुख लैण तो अलावा वो उस तो की साडे दूजे काम ने, वो सारे आन सुआए है। एक आन सुआए दी मैं एक होर एग्जाम्पल तुहानूं दे देना। इस तो अलावा जिहड़े एक ते साडी रोजमर्रा दी जिंदगी है ना, मैं कल परसों किसी होर नाल भी गल होई है ते गुरबाणी तो अलावा जिहड़ियां साडे कोल पंक्तियां साडे विच आण शुरू हो गईयां, कुछ होर भी इस तरह दा एक कॉन्स्पिरेसी चल रही है कि गुरबाणी तो अलावा दूसरियां पंक्तियां गुरबाणी दे नाम दे उत्ते या उस ढंग दे नाल आणियां वड़नियां शुरू होईयां होईयां। इस नूं असीं बड़े बरीकी दे नाल असीं जिहड़ा गुरबाणी पढ़दे हां समझदे हां, बड़ी बरीकी नाल जांचीए परखीए, उहनूं ध्यान रखीए। क्योंकि पिछले दिनां दे विच पिछले दिनां दे मतलब भाव पिछले साडी जनरेशन दे विच या पिछले कई सालां तो कई पंक्तियां ऐसियां आ गईयां जिहड़ियां कि सानूं पता ही नहीं चलियां, अज भी उहनां नूं वखेवा करना बड़ा मुश्किल है। जिवें नाम खुमारी नानका चढ़ी रहे दिन रात, लगदा है गुरबाणी दी पंक्ति है, लेकिन है आन सुआए। नानक नीवा जो चले लगे ना तत्ती वाओ, गुरबाणी नहीं है। कबीर तेरी झोपड़ी कनकटियन के पास, जो करेंगे सो भरेंगे, तू क्यों पयो उदास, ये गुरबाणी नहीं है। या सतगुर दाते काज रचाया आपे मेर कराई, सारियां कई पंक्तियां साडे ऐसियां असीं अवार्ड दित्तियां पिछले कुछ सालां च। असीं देखदे स्वासा दी माला, सिमरा तेरा नाम, वो भी साडे विच इस तरह कर दी कि अज नौजवान पीढ़ी उसनूं गुरबाणी समझण लग गई। सारे आन सुआए की लिस्ट असीं बड़ी लंबी बना सकते हैं, किते तक भी जा सकते हैं, अनलिमिटेड है। जो साडी डेफिशिएंसीज नजर आ रही हैं, जो साडे कमियां नजर आई हैं, भावें कौमी तौर पर, भावें परसनल तौर पर, भावें समाजिक तौर पर, वो सारे आन सुआए। सो असीं अपना परसनल जरूर ध्यान रखिए कि
ਕਿੱਥੇ ਕਿੱਥੇ ਅਸੀਂ ਇਸ ਆਨ ਸਵਾਏ ਦੇ ਵਿੱਚ ਲੱਗੇ ਹੋਏ ਹਾਂ। ਨਾਨਕ ਕਹੂੰ ਨਾ ਸੀਜਈ ਬਿਨ ਨਾਵੈ ਪਤ ਜਾਏ। ਜੇ ਇੱਕ ਨੂੰ ਨਹੀਂ ਬੁਝਿਆ ਨਾ, ਦੇਨਹਾਰ ਪ੍ਰਭ ਛੱਡ ਦਿੱਤਾ ਨਾ, ਤੇ ਕੁਝ ਵੀ ਸੁਝਦਾ ਨਹੀਂ ਹੈ, ਫਿਰ ਕੁਝ ਵੀ ਸੁਝਦਾ ਨਹੀਂ ਹੈ। ਫਿਰ ਸਹੀ ਰਾਹ ਜਿਹੜਾ ਨਾ, ਸਹੀ ਤਰੀਕਾ, ਉਹਦੀ ਸੋਝੀ ਆਂਦੀ ਨਹੀਂ। ਫਿਰ ਉਹ ਜਿਹੜਾ ਨਾ ਅੱਗੇ ਜਾ ਕੇ ਅਸੀਂ ਪੜਾਂਗੇ ਨਾ, ਸੀਜਿਆ ਦਾ ਮਤਲਬ ਹੁੰਦਾ ਸਮਝਣਾ ਸੋਧਤ, ਸੋਧਤ, ਸੋਧਤ ਸੀਜਿਆ। ਉਸ 3 ਵਾਰੀ ਸੋਧਤ ਲਿਖਿਆ, ਭਾਵ ਸਮਝ ਕੇ ਸਮਝ ਕੇ ਜਿਹੜੀ ਹੈ ਪਤਾ ਚੱਲਦਾ। ਬਾਰ-ਬਾਰ ਉਹਨੂੰ ਸੈਲਫ ਐਨਾਲਿਸਿਸ ਕਰੋ, ਬਾਰ-ਬਾਰ ਉਹਨੂੰ ਪੜੋ, ਬਾਰ-ਬਾਰ ਉਹਨੂੰ ਸਮਝੋ। ਜਿੰਨਾ ਗਹਿਰਾਈ, ਜਿੰਨਾ ਹੋਰ ਤਰੀਕੇ ਦੇ ਨਾਲ ਸਮਝੋਗੇ ਤਾਂ ਜਿਹੜੀ ਹੈ ਸੀਜਾ ਜਿਹੜੀ ਆਏਗੀ। ਅਦਰਵਾਈਜ਼ ਨਾਨਕ ਕਹੂੰ ਨਾ ਸੀਜਈ ਬਿਨ ਨਾਮ ਹੈ, ਬਿਨਾ ਨਾਮ ਤੋਂ, ਬਿਨਾ ਗੁਣਾ ਤੋਂ ਪਤ ਜਾਏ। ਇੱਜ਼ਤ, ਮਾਣ, ਸਤਕਾਰ ਆਪਣੇ ਬਾਹਰ ਦੁਨੀਆ ਦੇ ਵਿੱਚ ਭਾਵੇਂ ਮਾਣ ਸਤਕਾਰ ਹੋਏ ਜਾਂ ਨਾ ਹੋਏ, ਆਪਣੇ ਅੰਦਰ ਆਪਣਾ ਸੈਲਫ ਐਸਟੀਮ ਜਿਹੜੀ ਨਾ, ਉਸ ਤੋਂ ਹੀ ਬੰਦਾ ਖੋਇਆ ਜਾਂਦਾ। ਉਹ ਬੜੀ ਵੱਡੀ ਚੀਜ਼ ਹੈ, ਬੜੀ ਜ਼ਰੂਰੀ ਹੈ। ਵਰਨਾ ਅਸੀਂ ਆਮ ਤੌਰ ਤੇ ਨਾ ਕਈ ਰਸਤੇ ਲੱਭੇ ਹੋਏ ਨੇ, ਬੜੇ ਤਰੀਕੇ ਲੱਭੇ ਹੋਏ ਨੇ ਲੋਕਾਂ ਨੇ ਆਨ ਸਵਾਏ ਕਰਨ ਦੇ, ਅੰਤ ਨਹੀਂ ਹੈਗਾ। ਉਸ ਆਨ ਸਵਾਏ ਨੂੰ, ਸਵਾਦ ਨੂੰ ਜਸਟੀਫਾਈ ਕੀਤਾ ਜਾਂਦਾ, ਨਹੀਂ ਹੋਣਾ ਚਾਹੀਦਾ, ਜ਼ਰੂਰੀ ਹੈ। ਮੈਂ ਪਿੱਛੇ ਜੇ ਸਟੋਰੀ ਪੜ੍ਹ ਰਿਹਾ ਸੀ ਕਿ 2 ਦੋਸਤ, ਇੱਕ ਹਿੰਦੂ ਤੇ ਇੱਕ ਮੁਸਲਮਾਨ, ਉਹਨਾਂ ਦੀ ਆਪਣੀ ਯਾਰੀ ਦੋਸਤੀ ਸੀ ਬੜੀ ਗਹਿਰੀ। ਔਰ ਕਿਤੇ ਸ਼ਾਮ ਨੂੰ ਨਾ ਰੋਜ਼ ਬੈਠ ਕੇ ਇਕੱਠੇ ਹੋ, ਕਿਸੇ ਇੱਕ ਜਿਹੜੀ ਬਾਰ ਸੀ ਜਾਂ ਸ਼ਰਾਬ ਪੀਣ ਦਾ ਇੱਕ ਜਗ੍ਹਾ ਸੀ, ਉੱਥੇ ਬੈਠ ਕੇ ਉਹਨਾਂ ਨੇ ਰੋਜ਼ ਸ਼ਰਾਬ ਪੀਣੀ। ਹਰ ਰੋਜ਼ ਦਾ ਨੇਮ ਸੀ ਉਹਨਾਂ ਦਾ ਕਿ ਉੱਥੇ ਜਗ੍ਹਾ ਤੇ ਆ ਜਾਂਦੇ ਸੀ, ਅੱਡੇ ਤੇ, ਉੱਥੇ ਬੈਠ ਕੇ ਉਹਨਾਂ ਨੂੰ ਉਹ ਉੱਥੇ ਸਰਵ ਕੀਤੀ ਜਾਂਦੀ ਸੀ ਸ਼ਰਾਬ, ਤੇ ਉਹ ਪੀ ਕੇ ਆਪਣਾ ਘਰ ਚਲੇ ਜਾਣਾ ਰੋਜ਼। ਤੇ ਇੱਕ ਦਿਨ ਵਾਪਸੀ ਆਇਆ, ਦੋਨੋਂ ਆ ਕੇ ਉੱਥੇ ਇੱਕ ਜਗ੍ਹਾ ਤੇ ਮਿਲੇ, ਤੇ ਉਹ ਮੁਸਲਮਾਨ ਜਿਹੜਾ ਸੀ ਉਹ ਉਹਨੂੰ ਪੁੱਛਦਾ ਹੈ ਵੀ ਕੀ ਗੱਲ ਅੱਜ ਬੜਾ ਉਦਾਸ ਜਿਹਾ ਹੈ, ਚੁੱਪਚਾਪ ਬੈਠਾ ਆ। ਤੇ ਉਹ ਕਹਿੰਦਾ ਮੈਂ ਕੀ ਦੱਸਾਂ, ਕੱਲ ਜਿਹੜਾ ਆ ਰਾਤੀ ਗਿਆ ਜਿਸ ਟਾਈਮ ਮੈਥੋਂ ਦੀ ਬਹੁਤ ਜ਼ਿਆਦਾ ਪੀਤੀ ਸੀ ਮੈਂ, ਤੇ ਬਹੁਤ ਡਿੱਗਦੀ ਹਾਲਤ ਵਿੱਚ ਗਿਆ, ਤੇ ਸਵੇਰੇ ਜਦੋਂ ਉੱਠਿਆ ਤੇ ਮੇਰਾ ਪਰਿਵਾਰ ਸਾਰਾ ਮੇਰੇ ਕੋਲ ਖੜਾ ਸੀ, ਤੇ ਮੇਰਾ ਪਰਿਵਾਰ ਨੇ ਮੈਨੂੰ ਕਹਿ ਦਿੱਤਾ ਕਿ ਜੇ ਤੂੰ ਅੱਜ ਤੋਂ ਬਾਅਦ ਪੀਤੀ ਤੇ ਅਸੀਂ ਸਾਰਿਆਂ ਨੇ ਜਿਹੜਾ ਹੈ ਇੱਥੋਂ ਨਿਕਲ ਜਾਣਾ, ਅਸੀਂ ਆਪਣੇ ਆਪ ਨੂੰ ਮਾਰ ਲੈਣਾ, ਅਸੀਂ ਜੀਣਾ ਨਹੀਂ ਚਾਹੁੰਦੇ ਜੇ ਤੇਰੀ ਆ ਨਹੀਂ ਛਿੜਦੀ। ਤੇ ਤੂੰ ਦੱਸ ਵੀ ਤੂੰ ਸਾਨੂੰ ਰੱਖਣਾ ਚਾਹੁੰਦਾ ਜਾਂ ਸ਼ਰਾਬ ਪੀਣੀ ਚਾਹੁੰਦਾ? ਤੇ ਕਹਿੰਦਾ ਮੈਂ ਤਾਂ ਉਹਨਾਂ ਨੂੰ ਕਹਤਾ ਮੈਨੂੰ ਤੇ ਪਰਿਵਾਰ ਚਾਹੀਦਾ, ਮੈਂ ਸ਼ਰਾਬ ਛੱਡ ਦਿਆਂਗਾ, ਪਰਿਵਾਰ ਨੂੰ ਨਹੀਂ ਛੱਡ ਸਕਦਾ। ਤੇ ਦੂਜੀ ਕਹਿੰਦੇ ਫਿਰ ਉਹਨਾਂ ਨੇ ਕਿਹਾ ਪਰਿਵਾਰ ਜੇ ਛੱਡ ਨਹੀਂ ਸਕਦਾ ਨਾ, ਇੱਕ ਕਸਮ ਖਾ, ਜੇ ਅੱਜ ਤੋਂ ਬਾਅਦ ਤੂੰ ਸ਼ਰਾਬ ਨੂੰ ਹੱਥ ਲਾਇਆ, ਜੇ ਤੂੰ ਸ਼ਰਾਬ ਪੀਤੀ ਤੇ ਸਮਝ ਲੈ ਤੂੰ ਗਊ ਖਾਦੀ ਹੈ, ਤੂੰ ਗਾਂ ਖਾਦੀ ਅਗਰ ਅੱਜ ਤੋਂ ਬਾਅਦ ਤੂੰ ਸ਼ਰਾਬ ਪੀਤੀ। ਹੁਣ ਇਹ ਸਟੋਰੀ ਦੇ ਵਿੱਚ ਉਹ ਕਹਿੰਦਾ ਹੁਣ ਅੱਜ ਤੋਂ ਬਾਅਦ ਤੇ ਮੈਂ ਤੇ ਪੀਣੀ ਨਹੀਂ, ਤੇ ਤੂੰ ਦੇਖ ਲੈ ਤੂੰ ਪੀਣੀ ਹੈ ਤੇ ਪੀ ਲੈ। ਤੇ ਕਹਿੰਦਾ ਤੂੰ ਕਰਨ ਕੀ ਆਇਆ ਫਿਰ? ਤੇ ਕਹਿੰਦਾ ਮੈਂ ਤੇ ਕਿਹਾ ਚੱਲ ਤੈਨੂੰ ਮਿਲ ਲਾਵਾਂਗਾ, ਨਾਲੇ ਮੈਂ ਚੱਲ ਪੀ ਨਹੀਂ ਸਕਦਾ, ਘੱਟੋ ਘੱਟ ਤੈਨੂੰ ਦੇਖ ਤੇ ਲਵਾਂਗਾ। ਹੁਣ ਉਸ ਕਹਾਣੀ ਦੇ ਵਿੱਚ ਉਹ ਮੁਸਲਮਾਨ ਕਹਿੰਦਾ ਤੂੰ ਮੈਨੂੰ ਦੇਖੇਗਾ ਕਿ ਦਰਅਸਲ ਗੱਲ ਇਹ ਹੋਈ ਹੈ ਕਿ ਕੱਲ ਮੇਰੇ ਨਾਲ ਵੀ ਇਹੀ ਕੁਛ ਹੀ ਵਾਪਰੇ। ਮੈਂ ਘਰ ਗਿਆ ਔਰ ਮੇਰਾ ਪਰਿਵਾਰ ਵੀ ਇੰਜ ਹੀ ਮੇਰੇ ਸਾਹਮਣੇ ਖੜਾ ਸੀ, ਉਹਨਾਂ ਨੇ ਵੀ ਇਹੀ ਗੱਲ ਕਹੀ ਹੈ ਮੈਨੂੰ ਕਿ ਅਸੀਂ ਤੈਨੂੰ ਛੱਡ ਕੇ ਚਲੇ ਜਾਵਾਂਗੇ, ਅਸੀਂ ਮਰ ਜਾਵਾਂਗੇ ਜੇ ਤੂੰ ਅੱਜ ਤੂੰ ਸ਼ਰਾਬ ਪੀਤੀ। ਔਰ ਉਹਨਾਂ ਨੇ, ਮੈਂ ਵੀ ਉਹਨਾਂ ਨੂੰ ਵਾਅਦਾ ਕੀਤਾ ਕਿ ਮੈਂ ਨਹੀਂ ਪੀਵਾਂਗਾ, ਔਰ ਉਹਨੇ ਕਿਹਾ ਅੱਜ ਤੋਂ ਬਾਅਦ ਤੂੰ ਸ਼ਰਾਬ ਪੀਤੀ ਤੇ ਸਮਝ ਲੈ ਤੂੰ ਸੂਰ ਖਾਦਾ। ਕਹਿੰਦਾ ਇਹ ਤੇ ਬਾਕੀ ਬੜੀ ਗਲਤ ਗੱਲ ਹੋ ਗਈ। ਇੰਨੀ ਦੇ ਜੋ ਜਿਹੜਾ ਸ਼ਰਾਬ ਪਿਲਾਉਣ ਵਾਲਾ ਰੋਜ਼ ਮਿਲਦਾ ਸੀ ਉਹਨਾਂ ਨੂੰ, ਉਹ ਆ ਕੇ ਅੱਗੇ ਉਹਨਾਂ ਦੇ ਗਲਾਸ ਵੀ ਰੱਖ ਗਿਆ, ਰੋਜ਼ ਦਾ ਨੇਮ ਸੀ। ਗੱਲਾਂ ਕਰਦੇ ਕਰਦੇ ਗਲਾਸ ਰੱਖ ਗਿਆ ਤੇ ਨਾਲ
पानी पा के नाल सब कुछ ਉਹਦੇ ਅੰਦਰ शराब भी उड़ेल के चला गया पूरा ਉਹਨਾਂ ਦੇ गिलास तैयार करके रख गया सामने रख गया ਉਹਨਾਂ ਦੇ शराब ਦੇ गिलास ਉਹ ਬੰਦਾ ਕਹਿੰਦੇ ਨੇ ਜੀ ਹੁਣ ਇਸ ਤਰ੍ਹਾਂ ਕਰ ਵੀ ਇਹ शराब ਤੇ ਸਾਡੇ ਸਾਹਮਣੇ ਰੱਖ ਗਿਆ ਹੁਣ ਕਰੀਏ ਕੀ ਕਹਿੰਦਾ ਮੈਂ ਤੇ ਪੀਣੀ ਨਹੀਂ ਕਹਿੰਦਾ ਮੈਂ ਵੀ ਨਹੀਂ ਪੀਣੀ ਮੈਂ ਤੇ ਕਸਮ ਖਾ ਕੇ ਆਇਆ ਜੇ ਮੈਂ ਅੱਜ ਪੀਤੀ ਤੇ ਸਮਝ ਲੈ ਮੈਂ ਗਾਂ ਖਾਦੀ ਉਹ ਦੂਜਾ ਕਹਿੰਦਾ ਮੈਂ ਵੀ ਨਹੀਂ ਪੀਣੀ ਮੈਂ ਤੇ ਸਮਝ ਲੈ ਜੇ ਅੱਜ ਮੈਂ ਪੀ ਲਈ ਤੇ ਸਮਝ ਲੈ ਮੈਂ ਸੂਰ ਖਾਦਾ ਉਹ ਮੁਸਲਮਾਨ ਉਹਨੂੰ ਪੁੱਛਦਾ ਅੱਛਾ ਤੂੰ ਗੱਲ ਦੱਸ ਤੂੰ ਕਦੀ ਸੂਰ ਖਾਦਾ ਉਹ ਹਿੰਦੂ ਕਹਿੰਦਾ ਹਾਂ ਸੂਰ ਤੇ ਅਸੀਂ ਖਾਂਦੇ ਆ ਕਈ ਵਾਰੀ ਖਾਦਾ ਕਹਿੰਦਾ ਚੱਲ ਤੂੰ ਇਹ ਦੱਸ ਤੂੰ ਗਾਂ ਖਾਧੀ ਹੈ ਕਦੀ ਤੇ ਮੁਸਲਮਾਨ ਕਹਿੰਦਾ ਹਾਂ ਅਸੀਂ ਤੇ ਗਾਂ ਖਾਂਦੇ ਹੀ ਆ ਸੂਰ ਨਹੀਂ ਖਾਂਦੇ ਕਹਿੰਦਾ ਫਿਰ ਇਹ ਜਿਹੜਾ ਸਾਹਮਣੇ ਮੇਰੇ ਗਲਾਸ ਪਿਆ ਨਾ ਸਮਝ ਲੈ ਗਾਂ ਹੈ ਤੇ ਤੇਰੇ ਸਾਹਮਣੇ ਜਿਹੜਾ ਗਲਾਸ ਪਿਆ ਸੂਰ ਹੈ ਇਸ ਤਰ੍ਹਾਂ ਕਰ ਤੂੰ ਆਪਣਾ ਗਲਾਸ ਮੈਨੂੰ ਦੇ ਦੇ ਤੇ ਮੇਰਾ ਗਲਾਸ ਤੂੰ ਲੈ ਲੈ ਬਸ ਦੋਨਾਂ ਨੇ ਆਪਣੇ ਆਪਣੇ ਪੀ ਲਈ ਮਤਲਬ ਕਹਿੰਦਾ ਕਿ ਇਹ ਜਿਹੜਾ ਤਰੀਕਾ ਹੈ ਨਾ ਆਨ ਸਵਾਏ ਦਾ ਤਰੀਕਾ ਜਿਹੜਾ ਨਾਨਕ ਕਹੂ ਨਾ ਸੀਜੇ ਜੋ ਤਾਂ ਸੁਝਦਾ ਨਹੀਂ ਨਾ ਕੁਝ ਵੀ ਆਨ ਸਵਾਏ ਦੇ ਚ ਲਗਾਉਂਦਾ ਫਿਰ ਹਰ ਢੰਗ ਦੇ ਨਾਲ ਬੰਦਾ ਰਾਹ ਲੱਭ ਲੈਂਦਾ ਹਰ ਗਲਤ ਕਲਮ ਕਰਨ ਦੇ ਵੀ ਰਾਹ ਲੱਭਦਾ ਉਹਨੂੰ ਜਸਟੀਫਾਈ ਕਰਦਾ ਲੇਕਿਨ ਜਿਹੜੀ ਗੁਰਬਾਣੀ ਦੀ ਜਿਹੜੀ ਗੱਲ ਹੈ ਨਾ ਗੁਰਬਾਣੀ ਜਦੋਂ ਅਸੀਂ ਪੜ੍ਹਦੇ ਆ ਨਾ ਅਸੀਂ ਆਪਣੇ ਆਪ ਨੂੰ ਦੇਖੀਏ ਤੇ ਗੁਰਬਾਣੀ ਜਦੋਂ ਅਸੀਂ ਆਸਾ ਦੀ ਵਾਰ ਪੜ੍ਹਦੇ ਨਾ ਪੜ ਪੁਸਤਕ ਸੰਧਿਆ ਬਾਦਮ ਪਰ ਪੁਸਤਕ ਦਾ ਭਾਵ ਪੁਸਤਕਾਂ ਸਭ ਤਰ੍ਹਾਂ ਦੀ ਸਾਡੇ ਆਪਣੇ ਦੇ ਵੀ ਲਗਾਈ ਅਸੀਂ ਕੀ ਪੜ੍ਹਦੇ ਆ ਭਾਵੇਂ ਗੁਰਬਾਣੀ ਦੀ ਹੈ ਭਾਵੇਂ ਕੋਈ ਹੋਰ ਹੈ ਮਿਲ ਸਿਲ ਪੂਜਸ ਬਗਲ ਸਮਾਦਮ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨਾ ਉਹੀ ਕੀਤੀਆਂ ਹੋਈਆਂ ਜਿਹੜੀਆਂ ਕਿ ਧਰਮ ਦੇ ਨਾਮ ਤੇ ਕੀਤੀਆਂ ਜਾਂਦੀਆਂ ਝੂਠ ਵੀ ਮੁਖ ਝੂਠ ਵੀ ਭੁਖਣ ਸਾਰਮ ਤੇ ਪਾਲ ਤੇ ਹਾੜ ਵਿਚਾਰਮ ਹੁਣ ਇਹ ਸਾਰੀਆਂ ਗੱਲਾਂ ਇਹ ਨਹੀਂ ਕਿ ਕਿਸੇ ਹੋਰ ਦੇ ਗੱਲ ਮਾਲਾ ਤਿਲਕ ਲਿਲਾਟਮ ਇਹ ਆਪਣੇ ਤੇ ਵੀ ਲਾ ਕੇ ਦੇਖੀ ਅਸੀਂ ਕਿਹੜਾ ਗੱਲ ਦੇ ਵਿੱਚ ਕੀ ਪਾਉਂਦੇ ਆ ਦੋਏ ਧੋਤੀ ਬਸਤਰ ਕਪਾਟਮ ਜੇ ਉਹ ਧੋਤੀ ਪਾਉਂਦੇ ਨੇ ਤੇ ਅਸੀਂ ਕਿਹੜਾ ਵਸਤਰ ਪਾਉਂਦੇ ਆ ਸਾਰੀਆਂ ਚੀਜ਼ਾਂ ਆਪਣੇ ਤੇ ਲਗਾ ਕੇ ਦੇਖੀਏ ਜੇ ਜਾਣਸ ਬ੍ਰਹਮਮ ਕਰਮਮ ਸਭ ਫੋਕਟ ਨਿਸ਼ਚੋ ਕਰਮ ਕਹੋ ਨਾਨਕ ਨਿਸ਼ਚੋ ਧਿਆਵੇ ਬਿਨ ਸਤਿਗੁਰ ਵਾਟ ਨਾ ਪਾਵੇ ਸਾਰੇ ਜਿਤਨੇ ਵੀ ਕੰਮ ਨੇ ਨਾ ਜਿਤਨੇ ਵੀ ਕਰਮ ਨੇ ਨਾ ਜਿਤਨੀ ਵੀ ਚੀਜ਼ਾਂ ਨੇ ਇਹ ਦੇਖਣ ਨੂੰ ਧਰਮ ਦੀਆਂ ਲੱਗਦੀਆਂ ਪਰ ਲੇਕਿਨ ਸਾਰੀਆਂ ਦੀ ਸਾਰੀਆਂ ਜਿਹੜੀਆਂ ਨਾ ਆਨ ਸਵਾਇਆ ਜੇ ਅੰਦਰੋਂ ਉਹ ਗੁਣ ਧਾਰਨ ਕਰਨ ਦੀ ਸਾਡੀ ਇੱਛਾ ਨਹੀਂ ਕੇਵਲ ਬਾਹਰਲੀ ਦਿਖਾਵਾ ਸੋ ਬਿਨ ਨਾਵੇਂ ਦਾ ਮਤਲਬ ਹੋ ਗਿਆ ਉਸ ਨਾਮ ਨੂੰ ਭਾਵ ਉਸ ਗੁਣਾ ਨੂੰ ਜੇ ਨਹੀਂ ਲਿਆ ਨਾ ਤੇ ਇਹ ਅੰਦਰੂਨੀ ਤੌਰ ਤੇ ਉਹ ਆਤਮਿਕ ਤੌਰ ਤੇ ਬਿਨ ਨਾਵੇਂ ਪਤ ਜਾਏ ਸੈਲਫ ਐਸਟੀਮ ਨਹੀਂ ਆਉਂਦੀ ਸੋ ਪੂਰੇ ਸ਼ਲੋਕ ਦੇ ਵਿੱਚ ਨਾ ਅੱਜ ਦੀ ਉਸ ਦੇ ਵਿੱਚ ਅਸੀਂ ਇਤਨੀ ਗੱਲ ਸਮਝੀ ਅੱਜ ਕਿ ਅੱਗੋਂ ਇਹ ਇਸੀ ਦੀ ਸਾਰੀ ਡਿਟੇਲ ਸਾਨੂੰ ਪੂਰੀ ਅਸ਼ਟਪਦੀ ਦੇ ਵਿੱਚ ਮਿਲੇਗੀ ਕਿ ਕੇਵਲ ਤੇ ਕੇਵਲ ਉਹ ਜਿਹੜਾ ਗੁਣ ਨੂੰ ਦੇਣ ਵਾਲਾ ਦੇਣਹਾਰ ਹੈ ਨਾ ਪ੍ਰਭੂ ਉਹਨੂੰ ਛੱਡ ਕੇ ਜਿਹੜੇ ਦੂਸਰੇ जितने भी काम ने ना अवर काज तेरे कितना ना काम वो सारे अवर काज लागे आन सो आए नानक कहूं ना सीजई बिन नामे पत जाए